Welcome students, I am here to discuss with you the new topic that is training and development. This is the topic which remains under the chapter staffing. We have already discussed the meaning of the staffing, introduction, features, importance of the staffing, as well as we have discussed the two topics that is important from the point of view of the board exams, that is the recruitment as well as the selection procedure, importance, types of the recruitment, importance of the recruitment. Now the last topic is training and development. What is the training and development? First of all, we will discuss the meaning of the training, then we will discuss the development meaning. What is the meaning of training? Training is a systematic and planned process of increasing the knowledge and skills of an employee for doing a particular job. ट्रेनिंग की ਹੁੰਦੀ ਹੈ ਰਜੇ ट्रेनिंग ਦਾ ਮਤਲਬ ਹੁੰਦਾ ਹੈ ਕਿ ਇੱਕ ਪ੍ਰੋਪਰ ਪ੍ਰੋਸੈਸ ਮਤਲਬ ਫੋਲੋ ਕੀਤਾ ਜਾਂਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਵੀ ਵਰਕਰ ਦੀ ਕਿਸੇ ਵੀ EMPLOYEE ਦੀ ਲੇਬਰਰ ਦੀ ਨੌਲੇਜ ਨੂੰ ਜਾਂ ਸਕਿੱਲਸ ਨੂੰ ਇੰਪਰੂਵ ਕਰਨਾ ਹੈ ਜਾਂ ਇਨਕਰੀਜ਼ ਕਰਨਾ ਹੈ ਤਾਂ ਟ੍ਰੇਨਿੰਗ ਹਮੇਸ਼ਾ ਉਸ ਪਰਪਸ ਲਈ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਟ੍ਰੇਨਿੰਗ ਜਿਹੜੀ ਹੁੰਦੀ ਹੈ ਹਮੇਸ਼ਾ EMPLOYEES ਨੂੰ ਰੀਅਲ ਸਿਚੁਏਸ਼ਨ ਨੂੰ ਫੇਸ ਕਰਨ ਦਾ ਇੱਕ ਮੈਥਡ ਪ੍ਰੋਵਾਈਡ ਕਰਦੀ ਹੈ। ਠੀਕ ਹੈ, ਤਾਂ ਕਿ ਉਹ ਆਪਣੇ ਵਰਕ ਨੂੰ ਫਾਲਟਲੈਸਲੀ ਪਰਫਾਰਮ ਕਰ ਸਕਣ। ਠੀਕ ਹੈ ਜੀ, ਦੈਟ ਇਜ਼ ਨੋਨ ਐਜ਼ ਦਾ ਟ੍ਰੇਨਿੰਗ। ਡਿਫਰੈਂਟ ਆਥਰਸ ਨੇ ਆਪਾਂ ਨੂੰ ਡਿਫਰੈਂਟ ਮਤਲਬ ਡੈਫੀਨੇਸ਼ਨਸ ਪ੍ਰੋਵਾਈਡ ਕੀਤੀਆਂ ਨੇ। ਤਾਂ ਫਸਟ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਅਕੋਰਡਿੰਗ ਟੂ ਪਲੈਂਟੀ। ਟ੍ਰੇਨਿੰਗ ਇਜ਼ ਦ ਇੰਟੈਂਸ਼ਨਲ ਐਕਟ ਆਫ ਪ੍ਰੋਵਾਈਡਿੰਗ ਮੀਨਸ ਫॉर ਲਰਨਿੰਗ ਟੂ ਟੇਕ ਪਲੇਸ। ਟ੍ਰੇਨਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਪਾਰਟ ਹੁੰਦੀ ਹੈ ਲਰਨਿੰਗ ਦਾ, ਜਿਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਡਿਫਰੈਂਟ ਮਤਲਬ ਵਰਕ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਇਹ ਸਾਨੂੰ ਦੱਸਦੀ ਹੈ। ਨੈਕਸਟ ਆ ਜਾਂਦਾ ਜੀ ਟ੍ਰੇਨਿੰਗ ਦੀ ਡੈਫੀਨੇਸ਼ਨ ਹੋਰ ਵੀ ਡਿਫਰੈਂਟ ਆਥਰਸ ਨੇ ਦਿੱਤੀ ਹੈ, ਜਿਵੇਂ ਐਡਵਿਨ ਬੀ ਫਿਲਿਪੋ ਨੇ ਦਿੱਤੀ ਹੈ। ਟ੍ਰੇਨਿੰਗ ਦਾ ਮਤਲਬ ਹੁੰਦਾ ਇਟ ਇਜ਼ ਦ ਐਕਟ ਆਫ ਇੰਕਰੀਜ਼ਿੰਗ ਦ ਨੌਲੇਜ ਐਂਡ ਸਕਿੱਲ ਆਫ ਐਨ EMPLOYEE ਫॉर ਡੂਇੰਗ ਅ ਪਰਟੀਕੂਲਰ ਜੋਬ। ਜਿਵੇਂ ਆਪਾਂ ਨੇ ਮੀਨਿੰਗ ਦੇ ਵਿੱਚ ਪੜ੍ਹਿਆ ਉਵੇਂ ਹੀ ਐਡਵਿਨ ਬੀ ਫਿਲਿਪੋ ਨੇ ਜਿਹੜੀ ਟ੍ਰੇਨਿੰਗ ਦੀ ਡੈਫੀਨੇਸ਼ਨ ਦਿੱਤੀ ਉਹਦੇ ਵਿੱਚ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਵੀ ਲੇਬਰਰ ਦੀ EMPLOYEE ਦੀ ਨੌਲੇਜ ਨੂੰ ਜਾਂ ਸਕਿੱਲਸ ਨੂੰ ਇੰਪਰੂਵ ਕਰਦੇ ਹਾਂ ਕਿਸੇ ਕੰਮ ਨੂੰ ਕਰਨ ਦੇ ਲਈ, ਕਿਸੇ ਪਰਟੀਕੂਲਰ ਜੋਬ ਨੂੰ ਕਰਨ ਦੇ ਲਈ, ਤਾਂ ਉਸਨੂੰ ਆਪਾਂ ਟ੍ਰੇਨਿੰਗ ਕਹਿ ਦਿੰਦੇ ਹਾਂ। ਠੀਕ ਹੈ ਜੀ। ਤਾਂ ਜਿਹਦੇ ਵਿੱਚ ਕੀ ਹੋਏਗਾ ਕਿ ਮਤਲਬ ਟ੍ਰੇਨਿੰਗ ਦਾ ਇੱਕ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੋਏਗਾ ਇਹ ਸਿਸਟਮੈਟਿਕ ਅਤੇ ਪਲਾਨ ਪ੍ਰੋਸੈਸ ਹੋਏਗਾ। ਠੀਕ ਹੈ, ਜੋ ਵੀ ਅਸੀਂ ਕਰਨਾ ਹੈ ਉਹ ਪ੍ਰੋਪਰ ਪ੍ਰੋਸੀਜਰ ਥਰੂ ਫੋਲੋ ਕਰਾਂਗੇ। ਠੀਕ ਹੈ ਜੀ, ਜਿਹਦੇ ਨਾਲ ਸਾਡੇ EMPLOYEES ਦੀ ਨੌਲੇਜ ਜਾਂ ਸਕਿੱਲਸ ਜਿਹੜੀਆਂ ਹੋਣਗੀਆਂ ਇੰਪਰੂਵ ਹੋਣਗੇ। ਨੈਕਸਟ ਆ ਜਾਂਦਾ ਵਟ ਇਜ਼ ਦਾ ਡਿਵੈਲਪਮੈਂਟ। ਡਿਵੈਲਪਮੈਂਟ ਦਾ ਮਤਲਬ ਰਜੇ ਹੁੰਦਾ ਹੈ ਕਿ ਇਹ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਹਮੇਸ਼ਾ ਕੰਪਲੀਮੈਂਟਰੀ ਮੰਨੀ ਜਾਂਦੀ ਹੈ ਟ੍ਰੇਨਿੰਗ ਦੇ ਨਾਲ। ਠੀਕ ਹੈ, ਲੌਂਗ ਟਰਮ ਐਜੂਕੇਸ਼ਨਲ ਪ੍ਰੋਸੈਸ ਹੈ। ਜਿਵੇਂ ਟ੍ਰੇਨਿੰਗ ਦਾ ਮਤਲਬ ਸ਼ਾਰਟ ਟਰਮ ਪ੍ਰੋਸੈਸ ਹੋਏਗਾ ਕੁਛ ਟਾਈਮ ਪੀਰੀਅਡ ਲਈ, ਜਿਵੇਂ 2 ਮੰਥਸ ਦੇ ਲਈ 3 ਮੰਥਸ ਲਈ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ। ਬਟ ਜੇ ਡਿਵੈਲਪਮੈਂਟ ਪ੍ਰੋਸੈਸ ਹੁੰਦਾ ਇਹਦੇ ਵਿੱਚ ਕੀ ਹੋਏਗਾ ਕਿ ਲੌਂਗ ਟਰਮ ਪ੍ਰੋਸੈਸ ਹੋਏਗਾ। ਜਿਵੇਂ EMPLOYEE ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਹਾਇਰ ਕੀਤੇ ਜਾਣਗੇ ਉਹਨਾਂ ਨੂੰ ਨਵੇਂ ਟੈਕਨੀਕਸ ਜਿਹੜੀਆਂ ਹੋਣਗੀਆਂ, ਮੈਥਡਸ ਜਿਹੜੀਆਂ ਹੋਣਗੀਆਂ ਕਿਸੇ ਵੀ ਪਰਟੀਕੂਲਰ ਜੋਬ ਨੂੰ ਪਰਫਾਰਮ ਕਰਨ ਦੀ ਆਪਾਂ ਲਰਨ ਕਰਵਾਵਾਂਗੇ। ਠੀਕ ਹੈ, ਸੋ ਇਹ ਆਪਣਾ ਲੌਂਗ ਟਰਮ ਪ੍ਰੋਸੈਸ ਹੋਏਗਾ ਜਿਹਦੇ ਵਿੱਚ ਓਵਰਆਲ ਗਰੋਥ ਜਿਹੜੀ ਹੁੰਦੀ ਹੈ EMPLOYEES ਦੀ ਉਹਨੂੰ ਡਿਫਰੈਂਟ ਆਸਪੈਕਟਸ ਦੇ ਪੁਆਇੰਟ ਆਫ ਵਿਊ ਦੇ ਨਾਲ ਜੱਜ ਕੀਤਾ ਜਾਂਦਾ। ਠੀਕ ਹੈ, ਜਿਹਦੇ ਵਿੱਚ ਕੀ ਹੋਏਗਾ ਕਿ ਸਕਿੱਲਸ ਜਿਹੜੀਆਂ ਹੋਣਗੀਆਂ ਕਿਸੇ ਵੀ ਫਿਊਚਰ ਜੋਬ ਨੂੰ ਪਰਫਾਰਮ ਕਰਨ ਦੀਆਂ ਉਹਨਾਂ ਨੂੰ ਕੀ ਕੀਤਾ ਜਾਏਗਾ, ਇੰਪਰੂਵ ਕੀਤਾ ਜਾਏਗਾ ਜਾਂ ਇਨਕਰੀਜ਼ ਕੀਤਾ ਜਾਏਗਾ। ਇਹ ਹਮੇਸ਼ਾ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਹੁੰਦਾ ਇਹ ਹਮੇਸ਼ਾ ਕੈਰੀਅਰ ਓਰੀਐਂਟਡ ਹੁੰਦਾ। ਠੀਕ ਹੈ, ਜਦੋਂ ਵੀ ਅਸੀਂ ਡਿਵੈਲਪਮੈਂਟ ਪ੍ਰੋਸੀਜਰ ਫੋਲੋ ਕਰਦੇ ਹਾਂ ਤਾਂ ਹਮੇਸ਼ਾ ਅਸੀਂ ਧਿਆਨ 'ਚ ਰੱਖਦੇ ਹਾਂ ਕਿ ਕਿਸੇ ਨਾ ਕਿਸੇ EMPLOYEE ਦੀ ਨੌਲੇਜ ਦੇ ਵਿੱਚ ਇੰਕਰੀਜ਼ ਹੋਵੇ। ਠੀਕ ਹੈ, ਐਜ਼ ਵੈਲ ਐਜ਼ ਜਦੋਂ ਵੀ ਅਸੀਂ ਇਸ ਤਰ੍ਹਾਂ ਦਾ ਪ੍ਰੋਸੈਸ ਫੋਲੋ ਕਰਾਂਗੇ ਤਾਂ ਹਮੇਸ਼ਾ ਲੌਂਗ ਟਰਮ ਪੀਰੀਅਡ ਨੂੰ ਸੋਚ ਕੇ ਹੀ ਕਰਾਂਗੇ। ਠੀਕ ਹੈ, ਤਾਂ ਪ੍ਰੈਜ਼ੈਂਟ ਅਤੇ ਫਿਊਚਰ ਨੂੰ ਹਮੇਸ਼ਾ ਧਿਆਨ 'ਚ ਰੱਖ ਕੇ ਹੀ ਮਤਲਬ ਜਿਹੜੇ ਆਪਣੇ ਮੈਨੇਜਰਸ ਹੋਣਗੇ, ਐਗਜ਼ੈਕਟਿਵਸ ਹੋਣਗੇ, EMPLOYEES ਹੋ ਗਏ, ਲੇਬਰਰਸ ਹੋ ਗਏ, ਸਭ ਦੇ ਲਈ ਡਿਵੈਲਪਮੈਂਟ ਜਿਹੜਾ ਪ੍ਰੋਸੈਸ ਹੁੰਦਾ ਫੋਲੋ ਕੀਤਾ ਜਾਂਦਾ। ਠੀਕ ਹੈ, ਉਹਨਾਂ ਦੀ ਨੌਲੇਜ ਨੂੰ, ਉਹਨਾਂ ਦੀ ਸਕਿੱਲਸ ਨੂੰ ਇੰਪਰੂਵ ਕਰਨ ਦੇ ਲਈ। ਨੈਕਸਟ ਟੌਪਿਕ ਆ ਜਾਂਦਾ ਵਟ ਇਜ਼ ਦਾ ਨੀਡ ਫॉर ਟ੍ਰੇਨਿੰਗ। ਟ੍ਰੇਨਿੰਗ ਦੀ ਲੋੜ ਕਿਉਂ ਪੈਂਦੀ ਆਪਾਂ ਨੂੰ। ਠੀਕ ਹੈ ਜੀ, ਤਾਂ ਫਸਟ ਆਪਾਂ ਨੂੰ ਪਤਾ ਹੈ ਕਿ ਟ੍ਰੇਨਿੰਗ ਕਿਉਂ ਚਾਹੀਦੀ ਹੁੰਦੀ ਆਪਾਂ ਨੂੰ, ਸਕਿੱਲਸ ਅਤੇ ਨੌਲੇਜ ਨੂੰ ਇੰਪਰੂਵ ਕਰਨ ਦੇ ਲਈ, ਐਜ਼ ਵੀ ਆਲ ਨੋ। ਠੀਕ ਹੈ, ਵੀ ਹੈਵ ਡਿਸਕਸ ਇਨ ਦਾ ਮੀਨਿੰਗ ਆਲਸੋ। ਸੋ ਟ੍ਰੇਨਿੰਗ ਮੈਚਿਸ ਦ ਸਕਿੱਲਸ ਐਂਡ ਨੌਲੇਜ ਆਫ ਦ EMPLOYEES ਵਿਦ ਦ ਰਿਕੁਆਇਰਮੈਂਟ ਆਫ ਦ ਜੋਬ। ਟ੍ਰੇਨਿੰਗ ਦੀ ਨੀਡ ਕਿਉਂ ਪੈਂਦੀ ਹੈ ਕਿਉਂਕਿ ਸਾਡੀ ਜਿਹੜੀਆਂ ਟ੍ਰੇਨਿੰਗ ਦੇ ਨਾਲ ਅਸੀਂ EMPLOYEES ਦੀ ਜਿਹੜੀ ਨੀਡ ਮਤਲਬ ਸਕਿੱਲਸ ਹੋਣਗੀਆਂ ਜਾਂ ਨੌਲੇਜ ਜਿਹੜੀ ਹੋਏਗੀ ਉਹਨਾਂ ਨੂੰ ਅਸੀਂ ਮੈਚ ਕਰ ਦਿੰਦੇ ਹਾਂ ਜਿੰਨੇ ਵੀ ਸਾਡੀ ਰਿਕੁਆਇਰਮੈਂਟਸ ਹੋਣਗੀਆਂ ਜੋਬ ਦੀਆਂ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਕਿ ਅੱਜ ਦੇ ਟਾਈਮ 'ਚ ਮਤਲਬ ਜਿਹੜੀ ਟੈਕਨੋਲੋਜੀ ਹੈ ਉਹ ਰੀਵੈਲਿਊਸ਼ਨ ਦਾ ਟਾਈਮ ਆ ਚੁੱਕਿਆ। ਠੀਕ ਹੈ, ਸਭ ਕੁਛ ਟੈਕਨੋਲੋਜੀ 'ਤੇ ਬੇਸਡ ਹੋ ਚੁੱਕਿਆ। ਸੋ ਇਟ ਹੈਜ਼ ਬਿਕਮ ਨੈਸੈਸਰੀ ਟੂ ਐਕੁਆਇੰਟ ਦ EMPLOYEES ਵਿਦ ਦ ਨਿਊ ਐਂਡ ਇੰਪਰੂਵ ਟੈਕਨੀਕਸ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਕਿ ਜਿਹੜੇ ਸਾਡੇ EMPLOYEES ਨੇ ਉਹਨਾਂ ਨੂੰ ਡਿਫਰੈਂਟ ਮੈਥਡਸ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਉਹ ਆਪਣੀ ਨੌਲੇਜ ਨੂੰ ਇੰਕਰੀਜ਼ ਕਰ ਸਕਣ। ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਆਪਾਂ ਰੀਜ਼ਨਸ ਵੀ ਫਾਈਂਡ ਕਰਾਂਗੇ ਜਿਹਦੇ ਵਿੱਚ 1 ਬਾਏ 1 ਡਿਸਕਸ ਕੀਤਾ ਜਾਏਗਾ ਕਿ ਨੀਡ ਕਿਉਂ ਹੁੰਦੀ ਹੈ ਟ੍ਰੇਨਿੰਗ ਦੀ। ਠੀਕ ਹੈ, ਫਸਟ ਆ ਜਾਂਦਾ
To develop the capability of employees by making an upgradation to their ਪ੍ਰੈਜ਼ੈਂਟ ਸਕਿੱਲਸ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਹੋਏਗਾ ਕਿ ਜਿਹੜੇ ਇੰਪਲੋਈਜ਼ ਹੋਣਗੇ ਉਹਨਾਂ ਦੀ ਕੈਪੇਬਿਲਿਟੀ ਨੂੰ ਉਸਨੇ ਇੰਪਰੂਵ ਕਰਨਾ ਹੈ ਤਾਂ ਕਿ ਉਹ ਜਿਹੜੀ ਪ੍ਰੈਜ਼ੈਂਟ ਜੋਬ ਹੈ, ਠੀਕ ਹੈ, ਉਹਨੂੰ ਇਫੈਕਟਿਵ ਵੇ ਦੇ ਨਾਲ ਪਰਫੋਰਮ ਕਰ ਸਕਣ ਅਤੇ ਜਿਹੜੇ ਉਹਨਾਂ ਦੀ ਸਕਿੱਲਸ ਨੇ ਉਹਨਾਂ ਨੂੰ ਅਸੀਂ ਕੈਪੇਬਿਲਿਟੀ ਨੂੰ ਉਹਨਾਂ ਦੀ ਇਨਕਰੀਜ਼ ਕਰ ਸਕੀਏ। ਅਪਗ੍ਰੇਡੇਸ਼ਨ ਕਰਨਾ, ਦੈਟ ਇਜ਼ ਦਾ ਨੀਡ ਆਫ ਦਾ ਟ੍ਰੇਨਿੰਗ, ਜਾਂ ਆਪਾਂ ਕਹਾਂਗੇ ਟ੍ਰੇਨਿੰਗ ਦੇ ਵਿੱਚ ਪਾਰਟ ਹੋਏਗਾ। ਨੈਕਸਟ ਆ ਜਾਂਦਾ ਜੀ, ਟ੍ਰੇਨੀ ਲਰਨਸ ਟੂ ਆਪਰੇਟ ਦਾ ਨਿਊ ਮਸ਼ੀਨਸ ਐਂਡ ਇਕਵਿਪਮੈਂਟਸ। ਜਦੋਂ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ ਤਾਂ ਓਬਵੀਅਸ ਹੈ ਕਿ ਜਦੋਂ ਮਤਲਬ ਜਿਹੜਾ ਟ੍ਰੇਨੀ ਹੋਏਗਾ, ਟ੍ਰੇਨਿੰਗ ਕੌਣ ਹੁੰਦਾ? ਟ੍ਰੇਨੀ ਉਹ ਪਰਸਨ ਹੁੰਦਾ ਜਿਹੜਾ ਟ੍ਰੇਨਿੰਗ ਲੈਂਦਾ, ਠੀਕ ਹੈ। ਟ੍ਰੇਨਰ ਕੌਣ ਹੋਏਗਾ? ਟ੍ਰੇਨਰ ਉਹ ਪਰਸਨ ਹੋਏਗਾ ਜਿਹੜਾ ਟ੍ਰੇਨਿੰਗ ਪ੍ਰੋਵਾਈਡ ਕਰੇਗਾ। ਉਹਦੇ ਨਾਲ ਕੀ ਹੁੰਦਾ ਕਿ ਨਵੇਂ ਮਸ਼ੀਨਸ ਨੂੰ ਕਿੱਦਾਂ ਯੂਜ਼ ਕਰਨਾ, ਓਪਰੇਟ ਕਿੱਦਾਂ ਕਰਨਾ, ਇਕਵਿਪਮੈਂਟਸ ਨੂੰ ਕਿੱਦਾਂ ਯੂਜ਼ ਕਰਨਾ। ਟ੍ਰੇਨਿੰਗ ਹਮੇਸ਼ਾ ਮਤਲਬ ਸਿੱਖ ਜਾਂਦੇ ਨੇ ਇਸ ਦੇ ਨਾਲ। ਉਸ ਤੋਂ ਬਾਅਦ ਸਾਨੂੰ ਜੋਬ ਸੈਟਿਸਫੈਕਸ਼ਨ ਵੀ ਪ੍ਰੋਵਾਈਡ ਕਰੇਗੀ, ਠੀਕ ਹੈ। ਅਗਰ ਸਾਨੂੰ ਓਬਵੀਅਸ ਹੈ ਕਿ ਅਗਰ ਸਾਨੂੰ ਨਿਊ ਟੈਕਨੋਲੋਜੀ ਨੂੰ ਯੂਜ਼ ਕਰਨਾ ਨਹੀਂ ਆ ਰਿਹਾ ਤਾਂ ਸਾਨੂੰ ਅਗਰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ ਤਾਂ ਓਬਵੀਅਸ ਹੈ ਕਿ ਅਸੀਂ ਨਿਊ ਟੈਕਨੋਲੋਜੀ ਯੂਜ਼ ਕਰਨਾ ਸਿੱਖ ਜਾਵਾਂਗੇ ਅਤੇ ਸਾਨੂੰ ਸੈਟਿਸਫੈਕਸ਼ਨ ਪ੍ਰੋਵਾਈਡ ਮਿਲੇਗੀ ਸਾਡੀ ਜੋਬ ਦੇ ਨਾਲ। It may take the form of refresher courses which keeps the old employees abreast with the latest technology। ਠੀਕ ਹੈ ਜੀ, ਇਹਦਾ ਮਤਲਬ ਕੀ ਹੁੰਦਾ ਕਿ ਜਿਹੜੇ ਮਤਲਬ ਡਿਫਰੈਂਟ ਰਿਫਰੈਸ਼ਰ ਕੋਰਸਿਸ ਆਉਂਦੇ ਨੇ, ਠੀਕ ਹੈ, ਜਾਂ ਆਪਾਂ ਕਹਾਂਗੇ ਕਿ ਜਿਹੜੇ ਇੰਪਲੋਈਜ਼ ਓਲਡ ਹੋਣਗੇ, ਪੁਰਾਣੇ ਮਤਲਬ ਇੰਪਲੋਈਜ਼ ਜਿਨ੍ਹਾਂ ਨੂੰ ਲੇਟੈਸਟ ਟੈਕਨੋਲੋਜੀ ਬਾਰੇ ਕੰਪਲੀਟਲੀ ਨੌਲੇਜ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਡਿਫਰੈਂਟ ਕੋਰਸਿਸ ਜਿਹੜੀ ਨੌਲੇਜ ਪ੍ਰੋਵਾਈਡ ਕਰਾਂਗੇ, ਟ੍ਰੇਨਿੰਗ ਦੇ ਥਰੂ ਪ੍ਰੋਵਾਈਡ ਕਰਾਂਗੇ। ਠੀਕ ਹੈ ਜੀ। ਇਨ ਟਾਈਮਸ ਆਫ ਦਾ ਪ੍ਰਮੋਸ਼ਨ ਆਲਸੋ ਟ੍ਰੇਨਿੰਗ ਇਜ਼ ਆਲਸੋ ਨੈਸੈਸਰੀ। ਕਹਿੰਦੇ ਜਦੋਂ ਕਿਸੇ ਦੀ ਇੰਪਲੋਈ ਦੀ ਪ੍ਰਮੋਸ਼ਨ ਦੀ ਲੋੜ ਪੈਂਦੀ ਹੈ ਤਾਂ ਵੀ ਟ੍ਰੇਨਿੰਗ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਵੀ ਕਾਫੀ ਪੁਆਇੰਟਸ ਨੇ, ਜਿਵੇਂ ਆਪਾਂ ਗੱਲ ਕਰ ਲੈਂਦੇ ਹਾਂ, ਟ੍ਰੇਨਿੰਗ ਬ੍ਰਿੰਗਸ ਆਊਟ ਦਾ ਐਫੀਸ਼ੀਐਂਸੀ ਐਂਡ ਦ ਇਫੈਕਟਿਵਨੈਸ ਇਨ ਦਾ ਆਰਗੇਨਾਈਜੇਸ਼ਨ ਸੋ ਐਜ਼ ਟੂ ਮੇਕ ਇਟ ਕੰਪੀਟੈਂਟ ਐਂਡ ਏਬਲ ਟੂ ਸਰਵਾਈਵ ਇਨ ਦਾ ਡਾਇਨਾਮਿਕ ਇਨਵਾਇਰਮੈਂਟ। ਟ੍ਰੇਨਿੰਗ ਹਮੇਸ਼ਾ ਸਾਡੇ ਕੰਮ ਦੇ ਵਿੱਚ ਐਫੀਸ਼ੀਐਂਸੀ ਅਤੇ ਇਫੈਕਟਿਵਨੈਸ ਲੈ ਆਏਗੀ। ਅਗਰ ਅਸੀਂ ਨੇ ਡਾਇਨਾਮਿਕ ਮਤਲਬ ਜੋ ਸਾਡੇ ਕੰਪੀਟੀਸ਼ਨ ਫੇਸ ਕਰਨਾ ਅਸੀਂ ਨੇ ਇਨਵਾਇਰਮੈਂਟ ਦੇ ਵਿੱਚ, ਤਾਂ ਹੀ ਅਸੀਂ ਫੇਸ ਕਰ ਸਕਦੇ ਹਾਂ ਅਗਰ ਅਸੀਂ ਪ੍ਰੋਪਰਲੀ ਟ੍ਰੇਨਿੰਗ ਸਾਡੇ ਇੰਪਲੋਈਜ਼ ਨੂੰ ਦਿੱਤੀ ਜਾ ਰਹੀ ਹੈ। ਅਗਰ ਉਹ ਨਿਊ ਟੈਕਨੋਲੋਜੀ ਦੇ ਨਾਲ ਕੰਮ ਕਰਨਾ ਸਿੱਖਣਗੇ ਦੈਨ ਹੀ ਉਹ ਆਪਾਂ ਕਹਾਂਗੇ ਕਿ ਸਾਡੇ ਕੰਪੀਟੀਟਿਵ ਇਨਵਾਇਰਮੈਂਟ ਨੂੰ ਫੇਸ ਕਰ ਸਕਦੇ, ਸਾਡੀ ਆਰਗੇਨਾਈਜੇਸ਼ਨ ਨੇ ਲੌਂਗ ਟਰਮ ਪੀਰੀਅਡ ਲਈ ਸਰਵਾਈਵ ਕਰ ਸਕਦੀ ਹੈ। ਉਸ ਤੋਂ ਬਾਅਦ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਟ੍ਰੇਨਿੰਗ ਜਿਹੜੀ ਹੁੰਦੀ ਹੈ ਕੁਆਲੀਟੇਟਿਵ ਚੇਂਜ ਲੈ ਕੇ ਆਉਂਦੀ ਹੈ ਸਾਡੇ ਡਿਫਰੈਂਟ ਇੰਪਲੋਈਜ਼ ਦੀ ਪਰਫੋਰਮੈਂਸ ਦੇ ਵਿੱਚ। ਇਹ ਵੀ ਆਪਾਂ ਇੱਕ ਪੁਆਇੰਟ ਬਣਾ ਸਕਦੇ ਹਾਂ। ਠੀਕ ਹੈ ਜੀ। ਟ੍ਰੇਨਿੰਗ ਦੇ ਨਾਲ ਕੀ ਹੁੰਦਾ ਹੈ ਕਿ ਓਰੀਐਂਟੇਸ਼ਨ ਟ੍ਰੇਨਿੰਗ ਜਿਹੜੀ ਹੁੰਦੀ ਹੈ ਨਿਊ ਇੰਪਲੋਈਜ਼ ਨੂੰ ਹੈਲਪ ਕਰਦੀ ਹੈ ਤਾਂ ਕਿ ਉਹ ਨਿਊ ਵਰਕ ਇਨਵਾਇਰਮੈਂਟ ਦੇ ਨਾਲ ਕੀ ਹੋ ਸਕਣ, ਮਤਲਬ ਡੀਲ ਕਰ ਸਕਣ, how they can deal with the new work environment, then orientation training also helps that। ਤਾਂ ਇਸ ਦੇ ਇਹ ਸਾਰੇ ਦੇ ਸਾਰੇ ਪੁਆਇੰਟਸ ਜਿਹੜੇ ਨੇ ਨੀਡ ਫॉर ਟ੍ਰੇਨਿੰਗ ਦੇ ਅੰਡਰ ਕਵਰ ਹੋ ਜਾਣਗੇ। ਨੈਕਸਟ ਆ ਜਾਂਦਾ ਜੀ ਇੰਪੋਰਟੈਂਸ ਆਫ ਦਾ ਟ੍ਰੇਨਿੰਗ, ਵਨ ਬਾਏ ਵਨ ਆਪਾਂ ਡਿਸਕਸ ਕਰਦੇ ਹਾਂ। ਫਸਟ ਆ ਜਾਂਦਾ ਇੰਕਰੀਜ਼ਡ ਪ੍ਰੋਡਕਟਿਵਿਟੀ। ਇੰਕਰੀਜ਼ ਪ੍ਰੋਡਕਟਿਵਿਟੀ ਦਾ ਮਤਲਬ ਕੀ ਹੁੰਦਾ ਕਿ ਟ੍ਰੇਨਡ ਜਿਹੜੇ ਵਰਕਰਸ ਹੁੰਦੇ ਨੇ ਉਹ ਹਾਈਲੀ ਐਫੀਸ਼ੀਐਂਟ ਉਦੋਂ ਹੀ ਆਪਣੇ ਕੰਮ ਦੇ ਵਿੱਚ ਮਤਲਬ ਬਣਨਗੇ ਜਦੋਂ ਉਹਨਾਂ ਨੂੰ ਪ੍ਰੋਪਰਲੀ ਮਤਲਬ ਆਪਣੇ ਕੰਮ ਨੂੰ ਕਰਨ ਦੇ ਲਈ ਉਹ ਮੈਕਸਿਮਮ ਆਊਟਪੁੱਟ ਪ੍ਰੋਵਾਈਡ ਕਰ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਕਾਸਟ ਹੈ ਮਿਨੀਮਮ ਲੱਗ ਰਹੀ ਹੈ। ਠੀਕ ਹੈ ਜੀ। ਅਲਟੀਮੇਟਲੀ ਕੀ ਹੋਏਗਾ ਕਿ ਇਫੈਕਟਿਵਨੈਸ ਅਤੇ ਪ੍ਰੋਡਕਟਿਵਿਟੀ ਜਿਹੜੀ ਹੋਏਗੀ ਵਰਕਰਸ ਦੀ ਇੰਪਰੂਵ ਹੋ ਜਾਏਗੀ। ਪ੍ਰੋਡਕਟਿਵਿਟੀ ਦਾ ਮਤਲਬ ਕੀ ਹੁੰਦਾ ਕਿ ਪ੍ਰੋਡਕਸ਼ਨ ਜ਼ਿਆਦਾ ਕਰਨੀ ਅਤੇ ਕਾਸਟ ਸਾਡੀ ਘੱਟ ਤੋਂ ਘੱਟ ਆਵੇ। ਪ੍ਰੋਡਕਸ਼ਨ ਕਿਹਨਾਂ ਦੀ ਕਰਨੀ ਹੈ ਜਦ ਆਪਾਂ ਪ੍ਰੋਡਕਟਸ ਦੀ। ਲੇਬਰਰ ਕੀ ਕੰਮ ਕਰਦੇ ਨੇ ਜੀ, ਸਾਡੇ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨ 'ਚ ਹੈਲਪ ਕਰਦੇ ਨੇ। ਫੈਕਟਰੀਜ਼ ਦੇ ਵਿੱਚ ਅਗਰ ਲੇਬਰਰ ਦੀ ਰਿਕੁਆਇਰਮੈਂਟ ਹੈ ਤਾਂ ਪ੍ਰੋਡਕਸ਼ਨ ਕਰਦੇ ਨੇ। ਠੀਕ ਹੈ, ਮਤਲਬ ਪ੍ਰੋਡਕਟਸ ਨੂੰ ਮੈਨੂਫੈਕਚਰਿੰਗ ਕਰਨ 'ਚ ਹੈਲਪ ਕਰਦੇ ਨੇ। ਸੋ ਇਹਦਾ ਮਤਲਬ ਕੀ ਹੋਏਗਾ ਕਿ ਪ੍ਰੋਡਕਟਿਵਿਟੀ ਜਿਹੜੀ ਹੋਏਗੀ ਇੰਕਰੀਜ਼ਡ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਪ੍ਰੋਪਰਲੀ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ। ਨੈਕਸਟ ਆ ਜਾਂਦਾ ਜੀ ਹਾਇਰ ਇੰਪਲੋਈ ਮੋਰਾਲ। ਟ੍ਰੇਨਿੰਗ ਜਿਹੜੀ ਹੁੰਦੀ ਹੈ ਜੋਬ ਸੈਟਿਸਫੈਕਸ਼ਨ ਪ੍ਰੋਵਾਈਡ ਕਰਦੀ ਹੈ। ਵੀ ਹੈਵ ਡਿਸਕਸ ਇਨ ਦਾ a need for training point also, it provides a job satisfaction। ਹਾਈ ਇੰਪਲੋਈ ਮੋਰਲ ਦੇ ਵਿੱਚ ਵੀ ਇਹੀ ਗੱਲ ਕਰਾਂਗੇ ਕਿ ਜੋਬ ਸੈਟਿਸਫੈਕਸ਼ਨ ਇੰਪਲੋਈਜ਼ ਨੂੰ ਮਿਲਦੀ ਹੈ ਜਿਹਦੇ ਨਾਲ ਕੀ ਹੋਏਗਾ ਕਿ ਵਿਚ ਅਰੇਂਜਸ देयर ਆਊਟਲੁੱਕ ਐਂਡ ਦਾ ਐਟੀਟਿਊਡ ਟੂਵਰਡਸ देयर ਵਰਕ। ਜਿਹਦੇ ਨਾਲ ਕੀ ਹੋਏਗਾ ਕਿ ਉਹ ਆਪਣੇ ਮਤਲਬ ਵਰਕ ਨੂੰ, ਆਪਣੇ ਐਟੀਟਿਊਡ ਨੂੰ ਆਪਣੇ ਵਰਕ ਦੇ ਰਿਗਾਰਡਿੰਗ ਮਤਲਬ ਅਰੇਂਜ ਕਰ ਲੈਂਦੇ ਨੇ। ਠੀਕ ਹੈ, ਜਾਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਬਣਾ ਲੈਂਦੇ ਨੇ ਤਾਂ ਕਿ ਉਹ ਜਿਹੜਾ ਕੰਮ ਹੈ ਉਹਨਾਂ ਦਾ, ਠੀਕ ਹੈ, ਉਸ ਦੇ ਅਕੋਰਡਿੰਗ ਉਹ ਪਰਫੋਰਮ ਕਰ ਸਕਣ। it also gives us job security to the employees, thus builds up their morale। ਠੀਕ ਹੈ, ਮਤਲਬ ਟ੍ਰੇਨਿੰਗ ਦੇ ਨਾਲ ਕੀ ਹੁੰਦਾ ਹੈ ਕਿ ਉਹਨਾਂ ਨੂੰ ਇਹ ਵੀ ਮਿਲ ਜਾਂਦਾ ਹੈ ਕਿ ਸਾਨੂੰ ਜੋਬ ਸਿਕਿਉਰਿਟੀ ਮਿਲੇਗੀ, ਸਾਡੀ ਜੋਬ ਤੋਂ ਸਾਨੂੰ ਮਤਲਬ ਨਹੀਂ ਕੱਢਿਆ ਜਾਏਗਾ। ਅਗਰ ਅਸੀਂ ਓਲਡ ਇੰਪਲੋਈਜ਼ ਦੀ ਗੱਲ ਕਰੀਏ ਤਾਂ ਮੈਂ ਫਿਰ ਵੀ ਤੁਹਾਨੂੰ +1 'ਚ ਵੀ ਆਈ ਥਿੰਕ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਏਗੀ। ਜਿਵੇਂ 2000 ਦੇ ਵਿੱਚ ਕੀ ਹੋਇਆ ਸੀਗਾ ਕਿ ਇੰਪਲੋਈਜ਼ ਜਿਹੜੇ ਪੁਰਾਣੇ ਸੀਗੇ ਉਹਨਾਂ ਨੂੰ ਕੰਪਿਊਟਰਸ ਨਹੀਂ ਚਲਾਉਣੇ ਆਉਂਦੇ ਸੀ। ਠੀਕ ਹੈ, 2000 ਦੇ ਵਿੱਚ ਕੀ ਹੋ ਕੇ ਇੱਕਦਮ ਹੀ ਮਾਡਰਨਾਈਜੇਸ਼ਨ ਟੈਕਨੋਲੋਜੀ ਦੇ ਵਿੱਚ ਚੇਂਜ ਆਇਆ, ਇਨਫੋਰਮੇਸ਼ਨ ਟੈਕਨੋਲੋਜੀ ਆਈ, ਤਾਂ ਜਿਹੜੇ ਓਲਡ ਇੰਪਲੋਈਜ਼ ਸੀਗੇ ਉਹਨਾਂ ਨੂੰ ਇਹ ਮੰਨਿਆ ਗਿਆ ਸੀਗਾ
ਕਿ ਉਹਨਾਂ ਨੇ ਸੋਚਣਾ ਸਟਾਰਟ ਕਰਤਾ ਕਿ ਸਾਨੂੰ ਇਸ ਟਾਈਮ ਇਹ ਹੋ ਚੁੱਕਿਆ ਕਿ ਸਾਡੀ ਕਿਤੇ ਜੌਬਸ ਚਲੀਆਂ ਨਾ ਜਾਣ, ਠੀਕ ਹੈ। ਸੋ ਅਗਰ ਓਲਡ ਇੰਪਲੋਈਜ਼ ਨੂੰ ਉਸ ਟਾਈਮ ਟ੍ਰੇਨਿੰਗ ਨਾ ਪ੍ਰੋਵਾਈਡ ਕੀਤੀ ਜਾਂਦੀ ਤਾਂ ਓਬਵੀਅਸ ਹੈ ਕਿ ਸਾਰੇ ਜਿਹੜੇ ਪੁਰਾਣੇ ਇੰਪਲੋਈਜ਼ ਸੀਗੇ ਉਹਨਾਂ ਨੂੰ ਮਤਲਬ ਜੌਬਸ ਤੋਂ ਕੱਢਿਆ ਜਾ ਸਕਦਾ ਸੀ। ਬਟ ਟ੍ਰੇਨਿੰਗ ਹੀ ਸੀ ਜਿਸ ਦੇ ਨਾਲ ਕੀ ਹੋਇਆ ਕਿ ਜਿਹੜੇ ਪੁਰਾਣੇ ਇੰਪਲੋਈ ਸੀਗੇ ਉਹਨਾਂ ਨੂੰ ਮਤਲਬ ਕੰਪਿਊਟਰ ਦੀ ਨੌਲੇਜ ਪ੍ਰੋਵਾਈਡ ਕੀਤੀ ਗਈ। ਤਾਂ ਅੱਜ ਜਾ ਕੇ ਉਹ ਕੀ ਹੈ ਕਿ ਕੰਪਿਊਟਰ ਦੇ ਥਰੂ ਹੀ ਸਾਰਾ ਦਾ ਸਾਰਾ ਜਿਹੜਾ ਵਰਕ ਹੈ ਕੰਪਨੀਜ਼ ਦੇ ਵਿੱਚ, ਆਰਗੇਨਾਈਜੇਸ਼ਨ ਦੇ ਵਿੱਚ ਪਰਫਾਰਮ ਕੀਤਾ ਜਾ ਰਿਹਾ, ਜਿਹਦੇ ਨਾਲ ਕੀ ਹੁੰਦਾ ਕਿ ਇੰਪਲੋਈ ਦਾ ਜਿਹੜਾ ਮੋਰਾਲ ਹੁੰਦਾ, ਸਿਕਿਉਰਿਟੀ ਜਿਹੜੀ ਹੁੰਦੀ ਹੈ ਇੰਕਰੀਜ਼ ਹੋ ਜਾਂਦੀ ਹੈ। ਲੈਸ ਸੁਪਰਵਿਜ਼ਨ ਦੇ ਵਿੱਚ ਕੀ ਆਏਗਾ, ਲੈਸ ਸੁਪਰਵਿਜ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਟ੍ਰੇਨਿੰਗ ਜਿਹੜੀ ਹੁੰਦੀ ਹੈ ਜੌਬ ਸੈਟਿਸਫੈਕਸ਼ਨ ਤਾਂ ਦਿੰਦੀ ਹੈ, ਅਤੇ ਇਸ ਤੋਂ ਇਲਾਵਾ ਆਪਾਂ ਕਹਿੰਦੇ ਕਿ ਸਕਿੱਲਸ ਵੀ ਇੰਪਰੂਵ ਕਰ ਦਿੰਦੀ ਹੈ, ਕੌਨਫੀਡੈਂਸ ਵੀ ਇੰਪਰੂਵ ਕਰ ਦਿੰਦੀ ਹੈ। ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹਮੇਸ਼ਾ ਜਿਹੜੇ ਆਪਣੇ ਇੰਪਲੋਈਜ਼ ਹੋਣਗੇ ਉਹ ਪਰਫਾਰਮ ਕਰਦੇ ਨੇ ਆਪਣੇ ਕੰਮ ਨੂੰ, ਹਮੇਸ਼ਾ ਸੁਪਰਵਿਜ਼ਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ, ਠੀਕ ਹੈ ਜੀ। ਲੈਸ ਸੁਪਰਵਿਜ਼ਨ ਦੀ ਲੋੜ ਪਏਗੀ, ਜਿਸ ਦੇ ਨਾਲ ਕੀ ਹੋਏਗਾ ਕਿ ਕਾਸਟ ਆਫ ਸੁਪਰਵਿਜ਼ਨ ਮਤਲਬ ਹਮੇਸ਼ਾ ਰਿਡਿਊਸ ਹੋ ਜਾਏਗੀ, ਠੀਕ ਹੈ। ਇਸ ਤੋਂ ਇਲਾਵਾ ਸੁਪਰਵਾਈਜ਼ਰ ਜਿਹੜਾ ਹੋਏਗਾ ਉਹ ਆਪਣਾ ਸਪੈਨ ਆਫ ਕੰਟਰੋਲ ਨੂੰ ਇਨਕਰੀਜ਼ ਕਰ ਸਕਦਾ ਹੈ ਐਂਡ ਮੋਰ ਟਾਈਮ ਆਪਣਾ ਪੋਲਿਸੀ ਮਤਲਬ ਫਾਰਮੂਲੇਸ਼ਨ ਦੇ ਵਿੱਚ ਲਗਾ ਸਕਦਾ। ਇਸ ਕਰਕੇ ਮੰਨਿਆ ਜਾਂਦਾ ਕਿ ਜਿਹੜੇ ਟ੍ਰੇਨਡ ਵਰਕਰਸ ਹੁੰਦੇ ਨੇ ਉਹ ਜ਼ਿਆਦਾ ਸੈਲਫ ਰਿਲਾਇੰਟ ਹੁੰਦੇ ਨੇ, ਮਤਲਬ ਆਪਣੇ ਆਪ 'ਤੇ ਡਿਪੈਂਡੈਂਟ ਹੁੰਦੇ ਨੇ, ਉਹਨਾਂ ਨੂੰ ਸੁਪਰਵਾਈਜ਼ਰਸ ਤੇ ਮੈਨੇਜਰਸ ਤੇ ਹਾਇਰ ਅਥਾਰਟੀਜ਼ ਤੇ ਡਿਪੈਂਡੈਂਟ ਨਹੀਂ ਰਹਿਣਾ ਪੈਂਦਾ। ਸੋ ਇਸ ਦੇ ਵਿੱਚ ਕੀ ਹੋਏਗਾ ਕਿ ਸੁਪਰਵਿਜ਼ਨ ਦੀ ਅਗਰ ਮਤਲਬ ਸਾਨੂੰ ਕੁਆਲਿਟੀ ਜਾਂ ਆਪਾਂ ਕਹਾਂਗੇ ਕੰਮ ਘੱਟ ਰਿਹਾ ਤਾਂ ਓਬਵੀਅਸ ਹੈ ਕਿ ਸਾਡੀ ਕਾਸਟ ਹੈ ਉਹ ਵੀ ਰਿਡਿਊਸ ਹੋ ਰਹੀ ਹੈ, ਜਾਂ ਜਿਹੜੇ ਸੁਪਰਵਾਈਜ਼ਰਸ ਨੇ ਉਹ ਆਪਣਾ ਮੇਨ ਜਿਹੜਾ ਕੰਮ ਹੈ, ਆਪਣਾ ਟਾਈਮ ਹੈ, ਉਹ ਪੋਲਿਸੀ ਫਾਰਮੂਲੇਸ਼ਨ 'ਚ ਲਗਾ ਰਹੇ ਨੇ, ਠੀਕ ਹੈ ਜੀ। ਨੈਕਸਟ ਆ ਜਾਂਦਾ ਲੈਸ ਵੇਸਟੇਜਸ। ਲੈਸ ਵੇਸਟੇਜਸ ਦੇ ਵਿੱਚ ਕੀ ਆਏਗਾ ਕਿ ਅਨਟ੍ਰੇਨਡ ਵਰਕਰਸ ਜਿਹੜੇ ਹੋਣਗੇ ਉਹ ਹਮੇਸ਼ਾ ਮੋਰ ਵੇਸਟੇਜਸ ਕਰਦੇ ਨੇ, ਠੀਕ ਹੈ, ਮੋਰ ਟਾਈਮ ਲਗਾਉਂਦੇ ਨੇ, ਰॉ ਮਟੀਰੀਅਲ ਨੂੰ ਮੈਕਸੀਮਮ ਵੇਸਟ ਕਰਦੇ ਨੇ। ਇਸ ਕਰਕੇ ਟ੍ਰੇਨਡ ਵਰਕਰਸ ਜਿਹੜੇ ਹੁੰਦੇ ਨੇ ਉਹ ਪ੍ਰੋਪਰਲੀ ਇਕਵਿਪਮੈਂਟ ਨੂੰ ਕਿੱਦਾਂ ਯੂਜ਼ ਕਰਨਾ ਸਿੱਖ ਜਾਂਦੇ ਨੇ, ਠੀਕ ਹੈ, ਸਿਸਟਮੈਟਿਕ ਵੇ ਦੇ ਨਾਲ ਕੰਮ ਕਰਦੇ ਨੇ, ਜਿਸ ਨਾਲ ਵੇਸਟੇਜ ਜਿਹੜੀ ਹੁੰਦੀ ਹੈ ਹਮੇਸ਼ਾ ਰਿਡਿਊਸ ਹੋ ਜਾਂਦੀ ਹੈ, ਜਿਹਦੇ ਨਾਲ ਕੀ ਹੋਏਗਾ ਕਿ ਸਾਡੀ ਜਿਹੜੀ ਕਾਸਟ ਹੋਏਗੀ ਮੈਨੂਫੈਕਚਰਿੰਗ ਉਹ ਵੀ ਰਿਡਿਊਸ ਹੋ ਜਾਏਗੀ ਆਟੋਮੈਟਿਕਲੀ। ਲੈਸ ਐਕਸੀਡੈਂਟਸ ਦੇ ਵਿੱਚ ਕੀ ਹੋਏਗਾ ਕਿ ਜਦੋਂ ਅਸੀਂ ਇੱਕ ਪ੍ਰੋਪਰ ਵਰਕਰਸ ਨੂੰ ਟ੍ਰੇਨਡ ਬਣਾ ਦਿੰਦੇ ਹਾਂ ਟ੍ਰੇਨਿੰਗ ਦੇ ਥਰੂ, ਠੀਕ ਹੈ, ਜਿਹਦੇ ਨਾਲ ਕੀ ਹੋਗਾ ਕਿ ਓਪਰੇਸ਼ਨਲ ਐਫੀਸ਼ੀਐਂਸੀ ਆ ਜਾਂਦੀ ਉਹਦੇ ਕੰਮ ਦੇ ਵਿੱਚ, ਜਿਹਦੇ ਨਾਲ ਕੀ ਹੁੰਦਾ ਕਿ ਐਕਸੀਡੈਂਟਸ ਜਿਹੜੇ ਹੁੰਦੇ ਨੇ ਉਹਨਾਂ ਦੀ ਅਕਰੈਂਸ ਜਿਹੜੀ ਹਮੇਸ਼ਾ ਘੱਟ ਜਾਂਦੀ ਹੈ, ਠੀਕ ਹੈ। ਹਮੇਸ਼ਾ ਐਕਸੀਡੈਂਟਸ ਉਦੋਂ ਹੀ ਹੁੰਦੇ ਨੇ ਜਦੋਂ ਇਨਐਫੀਸ਼ੀਐਂਸੀ ਹੁੰਦੀ ਹੈ ਵਰਕ ਦੇ ਵਿੱਚ, ਠੀਕ ਹੈ ਜੀ, ਜਾਂ ਆਪਾਂ ਕਹਾਂਗੇ ਕਿ ਕਿਸੇ ਵਰਕਰ ਨੂੰ ਕੰਮ ਕਰਨਾ ਨਹੀਂ ਆਉਂਦਾ, ਠੀਕ ਹੈ, ਤਾਂ ਐਕਸੀਡੈਂਟਸ ਜਿਹੜੇ ਹੁੰਦੇ ਨੇ ਹਮੇਸ਼ਾ ਡਰ ਜਿਹੜਾ ਹੋ ਗਿਆ, ਡੇਂਜਰ ਹਮੇਸ਼ਾ ਬਣਿਆ ਰਹਿੰਦਾ ਹੈ। ਬਟ ਟ੍ਰੇਨਡ ਵਰਕਰਸ ਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਨੇ ਆਪਰੇਟ ਕਿੱਦਾਂ ਕਰਨਾ ਮਸ਼ੀਨਸ ਨੂੰ, ਜਿਹਦੇ ਨਾਲ ਕੀ ਹੋਏਗਾ ਕਿ ਰੇਟ ਆਫ ਐਕਸੀਡੈਂਟਸ ਜਿਹੜੇ ਹੋਣਗੇ ਉਹ ਡਾਊਨ ਚਲੇ ਜਾਂਦੇ ਨੇ। ਨੈਕਸਟ ਆ ਜਾਂਦਾ ਜੀ ਈਜ਼ੀ ਅਡੈਪਟੇਬਿਲਿਟੀ। ਈਜ਼ੀ ਅਡੈਪਟੇਬਿਲਿਟੀ ਦਾ ਮਤਲਬ ਕੀ ਹੁੰਦਾ, ਡਿਊ ਟੂ ਅ ਕੌਨਸਟੈਂਟਲੀ ਚੇਂਜਿੰਗ ਵਰਕਿੰਗ ਇਨਵਾਇਰਮੈਂਟ ਇਟ ਇਜ਼ ਨੈਸੈਸਰੀ ਟੂ ਅਪਰੋਚ ਦਾ ਵਰਕ ਇਨ ਅ ਨਿਊ ਵੇ। ਕਿਉਂਕਿ ਆਪਣਾ ਵਰਕ ਇਨਵਾਇਰਮੈਂਟ ਡੇ ਬਾਏ ਡੇ ਚੇਂਜ ਹੋ ਰਿਹਾ ਹੈ, ਇਸ ਕਰਕੇ ਹਮੇਸ਼ਾ ਕੰਮ ਨੂੰ ਨਿਊ ਮੈਥਡ ਦੇ ਨਾਲ ਕਰਨਾ ਬਹੁਤ ਮਤਲਬ ਅੱਜ ਦੇ ਟਾਈਮ 'ਚ ਰਿਕੁਆਇਰਮੈਂਟ ਬਣ ਚੁੱਕੀ ਹੈ। Training brings the adaptability of the work. Untrained workers always resist the changes, but training keeps the workers to learn new techniques for adapting the changing business environment. ठीक है जी, ट्रेनिंग हमेशा मतलब नਵੇਂ ਕੰਮ ਨੂੰ मतलब ਨਿਊ ਮੈਥਡ ਦੇ ਨਾਲ ਕਰਨ ਦਾ ਤਰੀਕਾ ਦੱਸਦੀ ਹੈ, ਠੀਕ ਹੈ ਜੀ। ਤਾਂ ਈਜ਼ੀ ਅਡੈਪਟੇਬਿਲਿਟੀ ਹੋ ਜਾਂਦੀ ਹੈ, ਜਿਹੜੇ ਵਰਕਰਸ ਹੋਣਗੇ, ਪੁਰਾਣੇ ਵਰਕਰਸ ਹੋਣਗੇ, ਕਦੇ ਵੀ ਰਜਿਸਟ ਨਹੀਂ ਕਰਨਗੇ ਕੰਮ ਨੂੰ, ਕਦੇ ਮਨਾ ਨਹੀਂ ਕਰਨਗੇ, ਜਾਂ ਆਪਾਂ ਕਹਾਂਗੇ ਕਿ ਨਿਊ ਮੈਥਡਸ ਨੂੰ ਕਦੇ ਵੀ ਮਨਾ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣਗੇ, ਅਗਰ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਵੇ। ਅਗਰ ਉਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਤਾਂ ਹਮੇਸ਼ਾ ਰੂਲਸ ਨੂੰ, ਨਿਊ ਮੈਥਡਸ ਆਫ ਵਰਕਿੰਗ ਨੂੰ ਹਮੇਸ਼ਾ ਕੀ ਕੀਤਾ ਜਾਂਦਾ, ਰਜਿਸਟ ਕੀਤਾ ਜਾਂਦਾ, ਮਨਾ ਕੀਤਾ ਜਾਏਗਾ, ਜਾਂ ਉਹ ਨਿਗਲੈਕਟ ਕਰਨਗੇ, ਠੀਕ ਹੈ ਜੀ। ਨੈਕਸਟ ਆ ਜਾਂਦਾ ਰਿਡਿਊਸ ਦਾ ਲੇਬਰ ਟਰਨਓਵਰ। ਰਿਡਿਊਸ ਲੇਬਰ ਟਰਨਓਵਰ ਦੇ ਵਿੱਚ ਕੀ ਆ ਜਾਏਗਾ ਕਿ ਜਦੋਂ ਅਸੀਂ ਟ੍ਰੇਨਿੰਗ ਮਤਲਬ ਦਿੱਤੀ ਜਾਂਦੀ ਹੈ ਇੰਪਲੋਈਜ਼ ਨੂੰ ਤਾਂ ਹਮੇਸ਼ਾ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਸਟੇਬਿਲਿਟੀ ਆ ਜਾਂਦੀ ਹੈ, ਠੀਕ ਹੈ। ਉਹ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਕੰਟੀਨਿਊ ਫਾਰਮ ਦੇ ਵਿੱਚ ਲੌਂਗ ਪੀਰੀਅਡ ਆਫ ਟਾਈਮ ਦੇ ਲਈ ਕੰਮ ਕਰਦੇ ਰਹਿੰਦੇ ਨੇ, ਠੀਕ ਹੈ, ਜਿਹਦੇ ਨਾਲ ਕੀ ਹੋਏਗਾ ਕਿ ਟ੍ਰੇਨਿੰਗ ਜਿਹੜੀ ਹੁੰਦੀ ਹੈ ਵਰਕਰਸ ਨੂੰ ਕੀ ਕਰਦੀ ਹੈ, ਆਪਣੀ ਜੌਬ ਦੇ ਵਿੱਚ ਇੰਟਰਸਟ ਕ੍ਰੀਏਟ ਕਰਾਉਂਦੀ ਹੈ ਅਤੇ ਸੈਟਿਸਫੈਕਸ਼ਨ ਪ੍ਰੋਵਾਈਡ ਕਰਦੀ ਹੈ। ਹਮੇਸ਼ਾ ਟ੍ਰੇਨਡ ਜਿਹੜੇ ਵਰਕਰਸ ਹੋਣਗੇ ਉਹ ਕਦੇ ਵੀ ਆਪਣੀ ਜੌਬ ਨੂੰ ਛੱਡ ਕੇ ਨਹੀਂ ਜਾਣਗੇ, ਠੀਕ ਹੈ, ਜਿਹਦੇ ਨਾਲ ਕੀ ਹੋਏਗਾ ਕਿ ਲੇਬਰ ਟਰਨਓਵਰ ਅਤੇ ਐਬਸੈਂਟਿਜ਼ਮ ਜਿਹੜਾ ਹੋਏਗਾ ਉਹ ਰਿਡਿਊਸ ਹੋਏਗਾ ਅਤੇ ਸਾਡੀ ਲੇਬਰ ਮਤਲਬ ਸਟੇਬਲ ਫਾਰਮ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰੇਗੀ। ਨੈਕਸਟ ਆ ਜਾਂਦਾ ਇੰਪਲੋਈਜ਼ ਡਿਵੈਲਪਮੈਂਟ। ਇੰਪਲੋਈਜ਼ ਡਿਵੈਲਪਮੈਂਟ ਦਾ ਮਤਲਬ ਕੀ ਹੁੰਦਾ ਹੈ ਕਿ ਟ੍ਰੇਨਿੰਗ ਜਿਹੜੀ ਹੁੰਦੀ ਹੈ ਸਾਡੀ ਇੰਪਲੋਈਜ਼ ਦੀ ਪੋਟੈਂਸ਼ੀਅਲਟੀ ਨੂੰ ਇਨਕਰੀਜ਼ ਕਰਦੀ ਹੈ, ਠੀਕ ਹੈ ਜੀ, ਮੈਕਸੀਮਮ ਫਾਰਮ ਦੇ ਵਿੱਚ ਇਨਕਰੀਜ਼ ਕਰੇਗੀ। ਟ੍ਰੇਨਿੰਗ ਜਿਹੜੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਕਿ ਚੇਂਜਿੰਗ ਸਿਚੁਏਸ਼ਨਸ ਦੇ ਅਕੋਰਡਿੰਗਲੀ ਆਪਾਂ ਨੂੰ ਵਰਕਿੰਗ ਇਨਵਾਇਰਮੈਂਟ ਪ੍ਰੋਵਾਈਡ ਕਰਦੀ ਹੈ, ਅਤੇ ਜਿਹੜਾ ਫਾਸਟ ਲਰਨਿੰਗ ਵਰਕਰ ਹੋਏਗਾ ਹਮੇਸ਼ਾ ਆਪਣੇ ਟੈਲੈਂਟ ਨੂੰ ਡਿਵੈਲਪ ਕਰੇਗਾ ਅਤੇ ਆਪਣੀ ਪਰਫੋਰਮੈਂਸ ਨੂੰ ਇਸ ਤਰੀਕੇ ਨਾਲ ਮਤਲਬ ਇੰਪਰੂਵ ਕਰੇਗਾ ਤਾਂ ਕਿ ਉਹ ਐਫੀਸ਼ੀਐਂਟ ਵੇ ਦੇ ਨਾਲ ਕੰਮ ਕਰ ਸਕੇ।
ਜਿਸ ਦੇ ਨਾਲ ਕੀ ਹੋਗਾ ਕਿ ਇੰਪਲੋਈਜ਼ ਜਿਹੜੇ ਹੋਣਗੇ ਓਵਰਆਲ ਉਹਨਾਂ ਦੀ ਗਰੋਥ ਜਾਂ ਡਿਵੈਲਪਮੈਂਟ ਕੀਤੀ ਜਾਂਦੀ ਹੈ, ਜਿਹੜੀ ਆਪਾਂ ਆਲਰੇਡੀ ਡਿਵੈਲਪਮੈਂਟ ਦੇ ਵਿੱਚ ਪੜ੍ਹਿਆ ਕਿ ਜਿਹੜੀ ਗਰੋਥ ਹੋਏਗੀ ਹਮੇਸ਼ਾ ਲੌਂਗ ਪੀਰੀਅਡ ਵਾਸਤੇ ਕੀਤੀ ਜਾਏਗੀ। ਨੈਕਸਟ ਆ ਜਾਂਦਾ ਜੀ ਇੰਪਰੂਵਡ ਕੁਆਲਿਟੀ ਆਫ ਗੁਡਸ। ਇੰਪਰੂਵਡ ਕੁਆਲਿਟੀ ਆਫ ਗੁਡਸ ਦਾ ਮਤਲਬ ਕੀ ਹੁੰਦਾ ਕਿ ਟੈਕਨੀਕਲੀ ਜਿਹੜੇ ਟ੍ਰੇਨਡ ਵਰਕਰਸ ਹੁੰਦੇ ਨੇ ਹਮੇਸ਼ਾ manufacture ਕਰਦੇ ਨੇ the goods with a superior quality. It is basically due to the reason that the trained workers are more efficient, competent than the untrained workers. ਤਾਂ ਜਿਹੜੇ ਮਤਲਬ ਟ੍ਰੇਨਡ ਵਰਕਰਸ ਹੋਣਗੇ ਉਹ ਸੁਪੀਰੀਅਰ ਕੁਆਲਿਟੀ ਦੇ ਗੁੱਡਸ ਜਿਹੜੀਆਂ ਹੋਣਗੀਆਂ ਮੈਨੂਫੈਕਚਰ ਕਰਨਗੇ, ਠੀਕ ਹੈ ਜੀ। ਵੇਸਟੇਜਸ ਵਗੈਰਾ ਘੱਟ ਕਰਨਗੇ, ਟਾਈਮ ਦੀ ਮਤਲਬ ਡਿਲੇ ਨਹੀਂ ਹੋਏਗਾ, ਪ੍ਰੋਡਕਸ਼ਨ ਜਿਹੜੀ ਹੋਏਗੀ ਔਨ ਦੇਅਰ ਟਾਈਮ ਕੀਤੀ ਜਾਏਗੀ, ਜਿਹਦੇ ਨਾਲ ਕੀ ਹੋਏਗਾ ਕਿ ਕੁਆਲਿਟੀ ਜਿਹੜੀ ਆਟੋਮੈਟਿਕਲੀ ਇੰਪਰੂਵ ਹੋਣਾ ਸਟਾਰਟ ਹੋ ਜਾਏਗੀ। ਸਾਡੀ ਜਿਹੜੇ ਪ੍ਰੋਫਿਟਸ ਹੋਣਗੇ ਆਰਗੇਨਾਈਜੇਸ਼ਨ ਦੇ ਉਹ ਇੰਕਰੀਜ਼ ਹੋਣੇ ਸਟਾਰਟ ਹੋ ਜਾਣਗੇ। ਨੈਕਸਟ ਆ ਜਾਂਦਾ ਜੀ ਕੰਪਨਸੇਟਿੰਗ ਦਾ ਇਨਕੰਪਲੀਟ ਐਜੂਕੇਸ਼ਨ। ਇਸ ਦਾ ਮਤਲਬ ਕੀ ਹੁੰਦਾ ਹੈ ਕਿ ਦੈਟ ਆਰ ਸਿਸਟਮ ਆਫ ਐਜੂਕੇਸ਼ਨ ਪ੍ਰੋਵਾਈਡਸ ਓਨਲੀ ਦ ਥਿਓਰੈਟੀਕਲ ਐਂਡ ਜਨਰਲ ਨੌਲੇਜ, ठीक है। The training acquaints the employees with all the practical aspects of the specific work. Therefore, it completes the knowledge of the employees which remains incomplete in our ਐਜੂਕੇਸ਼ਨ ਸਿਸਟਮ। ਕਹਿੰਦੇ ਆਪਾਂ ਨੂੰ ਪਤਾ ਹੈ ਕਿ ਐਜ਼ ਦੇ ਟਾਈਮ ਜੋ ਆਪਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹ ਹਮੇਸ਼ਾ ਥਿਓਰੈਟੀਕਲੀ ਪ੍ਰੋਵਾਈਡ ਕੀਤੀ ਜਾ ਰਹੀ ਹੈ, ਬੁੱਕਸ ਦੇ ਅਕੋਰਡਿੰਗ ਹੀ ਨੌਲੇਜ ਪ੍ਰੋਵਾਈਡ ਕੀਤੀ ਜਾ ਰਹੀ ਹੈ, ਬਟ ਜੋ ਸਾਨੂੰ ਪ੍ਰੈਕਟੀਕਲੀ ਮਤਲਬ ਜੋ ਸਾਨੂੰ ਚਾਹੀਦਾ ਹੈ, ਠੀਕ ਹੈ, ਅਸੀਂ ਵਰਕ ਨੂੰ ਕਿੱਦਾਂ ਪਰਫੋਰਮ ਕਰਨਾ ਉਸ ਦੇ ਰਿਗਾਰਡਿੰਗ ਸਾਨੂੰ ਕੋਈ ਨੌਲੇਜ ਬੁੱਕਸ ਦੇ ਵਿੱਚ ਨਹੀਂ ਦਿੱਤੀ ਜਾਂਦੀ। ਸੋ ਟ੍ਰੇਨਿੰਗ ਸਾਨੂੰ ਕੀ ਕਰਦੀ ਹੈ, ਐਕੁਆਇੰਟ ਕਰਦੀ ਹੈ ਇੰਪਲੋਇਜ਼ ਨੂੰ ਪ੍ਰੋਪਰ ਵੇ ਦੇ ਨਾਲ ਕੰਮ ਕਰਨ ਦਾ ਤਰੀਕਾ ਦੱਸਦੀ ਹੈ, ਠੀਕ ਹੈ, ਕਿ ਤੁਸੀਂ ਨੇ ਇੱਕ ਮਸ਼ੀਨ ਨੂੰ ਕਿੱਦਾਂ ਆਪਰੇਟ ਕਰਨਾ ਹੈ, ਫੈਕਟਰੀ ਦੇ ਵਿੱਚ ਜਿਹੜੀ ਡਿਫਰੈਂਟ ਮਸ਼ੀਨਸ ਲੱਗੀਆਂ ਉਹਨੇ ਪ੍ਰੋਡਕਸ਼ਨ ਕਿੱਦਾਂ ਕਰਨਗੀਆਂ। ਸੋ ਟ੍ਰੇਨਿੰਗ ਇਸ ਤਰੀਕੇ ਨਾਲ ਸਾਨੂੰ ਐਜੂਕੇਸ਼ਨ ਜਿਹੜੀ ਹੋਏਗੀ, ਜੋ ਸਾਡੀ ਕੰਪਲੀਟ ਐਜੂਕੇਸ਼ਨ ਸਾਨੂੰ ਪ੍ਰੋਵਾਈਡ ਨਹੀਂ ਕਰ ਸਕੀ, ਉਸ ਨੂੰ ਕੰਪਨਸੇਟ ਕਰਨ ਦਾ ਕੰਮ ਕਰੇਗੀ, ਠੀਕ ਹੈ। ਸੋ ਟ੍ਰੇਨਿੰਗ ਕੀ ਕਰੇਗੀ, ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਐਫੀਸ਼ੀਐਂਸੀ ਲੈ ਕੇ ਆਉਂਦੀ ਹੈ। Thank you so much.